करते रिकॉर्डिंग। तो क्वेश्चन ऐसे करके भी जब चार्ज पार्टिकल 2 माइक्रो कूलम दा इतनी वेलोसिटी ना मैग्नेटिक फील्ड रीजन च एंटर करेगा, इलेक्ट्रिक फील्ड रीजन च एंटर करेगा ते पार्टिकल स्ट्रेट लाइन पाथ तो डिफ्लेक्ट हो जाएगा। ਤੇ ਆਪਾਂ ਕਿਹਾ ਸੀ ਜਦੋਂ ਪਾਰਟੀਕਲ ਜੇ ਸਟ੍ਰੇਟ ਪਾਥ ਤੇ ਜਾਂਦਾ ਤੇ ਇਸ ਵੇ ਨਾਲ ਜਾਣਾ ਸੀ, ਹੈਨਾ, ਤੇ ਪਾਰਟੀਕਲ ਇਸ ਪੁਆਇੰਟ ਤੋਂ ਜਦੋਂ ਡਿਫਲੈਕਟ ਹੋਇਆ ਫਾਈਨਲੀ ਇਸ ਵੇ ਨਾਲ, ਠੀਕ ਹੈ, ਪਾਰਟੀਕਲ ਇਸ ਵੇ ਨਾਲ ਇਸ ਮੂਵਮੈਂਟ ਤੇ ਇਲੈਕਟ੍ਰਿਕ ਫੀਲਡ ਨੂੰ ਲੀਵ ਆਊਟ ਕਰਕੇ ਜਾਏਗਾ। क्या इना क्लियर है? यस सर। यस सर। यदि जितनी डाउनवर्ड डिस्प्लेसमेंट हुई है ये मान लो y मीटर है, पार्टिकल जितना अपनी इनिशियल पोजीशन तो आगे चला गया ये x मीटर है, यानी x मीटर पार्टिकल इलेक्ट्रिक फील्ड के अंदर मूव किया और ओदे अंदर वो y मीटर थल्ले नु डिस्प्लेस हो गया, ठीक है। यानी जे ओरिजिनल पोजीशन तो मैं डायरेक्ट बेटा आ पॉइंट दे कोऑर्डिनेट लावा, इनु मैं p पॉइंट डिफाइन करके इदे कोऑर्डिनेट लगावा ते पार्टिकल दी डिस्प्लेसमेंट जेडी x एक्सिस दे अलोंग x मीटर है और y एक्सिस दे अलोंग y मीटर, इना दोनों वेरिएबल दे नाल तुसी ओदी फाइनल डिस्प्लेसमेंट दसनी है ते दूजा जदों इथों बाहर निकलण लगया, ठीक है, उस पार्टिकल दी वेलोसिटी v कितनी को दसनी। वेलोसिटी नु कैलकुलेट करने लई वेलोसिटी दे दो कोऑर्डिनेट एक vx बन जाएगा और एक मेरे को vy आ जाएगा। हुन पुत्र जो कैलकुलेट करना वो गल ध्यान नाल समझियो, जदों पार्टिकल मेरा आपा मैं प्रोजेक्टाइल वाले टॉपिक दी गल करन लगिया ਉਹ ਚ ਅਸੀਂ ਕਿ ਅਸੀਂ ਜਦੋਂ ਪਾਰਟੀਕਲ ਇਥੋਂ ਪ੍ਰੋਜੈਕਟ ਕਰੀਏ ਤੇ ਪਾਰਟੀਕਲ ਕੁਝ ਇਸ ਵੇ ਨਾਲ ਪੈਰਾਬੋਲਿਕ ਪਾਥ ਤੇ ਜਾਂਦਾ, ਇੱਥੇ ਰਸਤੇ 'ਚ ਕੋਈ ਪੁਆਇੰਟ ਲਾਤਾ, ਇਸ ਪੁਆਇੰਟ ਦੇ ਕੋਆਰਡੀਨੇਟ x ਤੇ y ਆ, ਇਹਦਾ ਮਤਲਬ ਪਾਰਟੀਕਲ ਇਸ ਪੁਆਇੰਟ ਤੇ ਜੇ ਮੈਂ origin ਤੋਂ ਡਾਇਰੈਕਟ ਲਾਈਨ ਇੱਥੇ ਡਰਾ ਕਰਨੀ ਹੋਵੇ, ਮੰਨ ਲਓ ਆ ਪੁਆਇੰਟ ਹੋਵੇ ਮੇਰਾ, ਜੇ ਆ ਪੁਆਇੰਟ ਹੋਵੇ, ਬੱਚਾ ਚੀਜ਼ਾਂ ਧਿਆਨ ਨਾਲ ਸਮਝਣ ਵਾਲੀਆਂ ਇਸ ਲਈ ਸਮਝਿਓ ਵੀ ਧਿਆਨ ਨਾਲ, ਜੇ ਡਾਊਟ ਹੋਏ ਤਾਂ ਬੋਲਿਓ ਜ਼ਰੂਰ, ठीक है। जे आ पॉइंट दी पोजीशन मैं ओरिजिन तो सीधी सीधी दसनी होवे ते एदी पोजीशन दसन लई r वेक्टर आ जाऊ, जेडी पार्टिकल दी डिस्प्लेसमेंट आ ओरिजिन तो इथे तक वो r वेक्टर होएगी। यस सर। यस सर। यस सर। कोऑर्डिनेट दी फॉर्म च लिखना ਤੇ ਪੁੱਤ r ਨੂੰ ਲਿਖਣ ਦਾ ਮੈਥਡ ਮੇਰੇ ਕੋਲ ਬਜੇ ਆ ਸਾਰੀਆਂ ਚੀਜ਼ਾਂ ਨੂਮੈਰੀਕਲ ਨੂੰ ਅਟੈਂਪਟ ਕਰਨ ਲੱਗੇ ਤੁਹਾਡੇ ਦਿਮਾਗ 'ਚ ਆਣੀਆਂ ਚਾਹੀਦੀਆਂ, ਠੀਕ ਹੈ, ਇਹ ਚੀਜ਼ਾਂ ਦੀ ਲੋੜ ਆ, ਠੀਕ ਹੈ, ਕਿ ਵੀ ਨੂਮੈਰੀਕਲ 'ਚ ਬੰਦਾ ਕੀ ਪਿਆ। ਸੋ r ਵੈਕਟਰ ਨੂੰ ਜੇ ਮੈਂ ਲਿਖਣਾ ਇਸ ਡਿਸਪਲੇਸਮੈਂਟ ਵੈਕਟਰ ਨੂੰ ਇਹਨੂੰ ਮੈਂ ਲਿਖੂੰਗਾ xi ਕੈਪ y j ਕੈਪ, ਤੇ ਜੇ ਮੈਂ r ਦਾ ਮੈਗਨੀਟਿਊਡ ਕੱਢਣਾ ਵਾ ਤੇ ਫਾਰਮੂਲਾ ਹੋਏਗਾ √x² + y²। क्या इतनी गल समझ आई? यस सर। यस सर। यस सर। दूजा इन्होंने कहा कि पार्टिकल जदों इस पॉइंट तो बाहर निकलण लगया ना ते इथे ओदी वेलोसिटी अलोंग द टेंजेंट v आ जिदे दो कोऑर्डिनेट vx ते vy आ, ते जे मैं रिजल्टेंट वेलोसिटी कढनी आ जिदा r ਨੂੰ x ਤੇ y ਦੀ ਫਾਰਮ ਚ ਲਿਖਿਆ, ਇਹਦੇ v ਨੂੰ ਮੈਂ ਲਿਖਣਾ ਹੋਵੇ ਤੇ v ਦਾ ਫਾਰਮੂਲਾ ਮੇਰੇ ਕੋਲ vx² + vy²। जे आ दो फार्मूले दिमाग च नहीं आएंगे ये न्यूमेरिकल अटेम्प्ट नहीं हो सकता। क्या आ दो चीजें क्लियर है किदा लिखियां? सर v वाला दोबारा दस्यो। तो जदों पार्टिकल ने इथों एज सच टेंजेंट दे अलोंग निकलना, इथे ये वेलोसिटी ना ਤਾਂ x एक्सिस ਤੇ ਕੱਲੀ ਨਾ y ਤੇ, ਇਹਦਾ ਮਤਲਬ ਇਸ वेलोसिटी ਦੇ ਦੋ ਕੋਆਰਡੀਨੇਟ ਆ, ਇੱਕ x ਦੇ ਅਲੋਂਗ ਇੱਕ y ਦੇ ਅਲੋਂਗ, ਤੇ ਜੇ ਮੈਂ ਇਹਨਾਂ ਦੋਨਾਂ ਕੰਪੋਨੈਂਟ ਦੀ ਫਾਰਮ 'ਚ ਵੈਲੋਸਿਟੀ ਨੂੰ ਲਿਖਣਾ, ਮੈਂ ਪੈਰਲਲੋਗ੍ਰਾਮ ਲਾਅ ਲਾਇਆ ਜਿਹਦੇ ਅਕੋਰਡਿੰਗਲੀ ਮੇਰੇ ਕੋਲ ਕੀ ਆਣਾ v = vx² + vy² + 2vx vy cos 90, ਤੇ cos 90 0 ਹੋ ਜਾਂਦਾ, ਇਸ ਲਈ v ਦਾ ਫਾਰਮੂਲਾ √vx² + vy² ਬਣਦਾ ਪਿਆ। क्या ਇੰਨੀ ਗੱਲ ਸਮਝ ਆਈ? यस सर क्लियर है। ਬੱਚੇ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੈ ਜੋ ਦੱਸਦਾ ਪਿਆ? सर एक बारी Yes, r sir. ਦਾ ਪਤਾ ਨਹੀਂ ਲੱਗਾ ਬੋਲਿਓ ਗੱਲ ਕੀ ਨਹੀਂ ਪਤਾ ਲੱਗਿਆ ਸਰ r ਕੀ ਡਿਫਾਈਨ ਕਰਨ ਦੇ ਇੱਥੇ और ਉਤੇ ਜੇ ਮੈਂ ਆ ਕਹਾਂ ਕਿ ਵੀ ਮੇਰੇ ਕੋਲ ਇੱਕ ਪਾਰਟੀਕਲ ਇੱਥੇ ਪਿਆ ਵਾ, हाँ जी सर। ਕੋਆਰਡੀਨੇਟ ਮੈਂ ਲਿਖਨੇ ਹੋਣ, ਮੈਂ ਕਹਾਂ ਜੀ ਇਹ x y ਦੇ ਕੋਆਰਡੀਨੇਟ ਆ, ਇਹਦਾ ਮਤਲਬ origin ਤੋਂ ਪਹਿਲਾਂ ਮੈਂ x ਮੀਟਰ ਇਸ ਸਾਈਡ ਨੂੰ ਜਾਵਾਂਗਾ, ਫਿਰ y ਮੀਟਰ ਮੈਂ ਇਸ ਸਾਈਡ ਨੂੰ ਜਾਵਾਂਗਾ, ਇਦਾਂ ਹੋਊਗਾ ਨਾ? हाँ जी सर। ਤੇ ਜੇ ਮੈਂ origin ਤੋਂ ਸਿੱਧਾ ਇਹਦੀ ਪੋਜੀਸ਼ਨ ਦੱਸਣੀ ਹੋਵੇ
ਤੇ ਆ x ਤੇ y ਦੇ ਅਕੋਰਡਿੰਗਲੀ ਜੇ ਮੈਂ ਪਾਈਥਾਗੋਰਸ ਥਿਓਰਮ ਲਾ ਲਵਾਂ ਤੇ ਆ ਹਾਈਪੋਟੇਨਿਊਸ ਸਕੁਅਰ ਇਕੁਅਲ ਟੂ ਬੇਸ ਸਕੁਅਰ ਪਲਸ ਪਰਪੈਂਡੀਕੂਲਰ ਸਕੁਅਰ ਆਏਗਾ यस सर ਤੇ ਇਹੀ ਆਪਾਂ ਇੱਥੇ ਲਿਖਿਆ। ओके सर ਕਲੀਅਰ ਹੈ ਕਿ ਹੈ ਕਿਸੇ ਨੂੰ ਡਾਊਟ ਇਸ ਸਟੈਪ ਦੇ ਅੰਦਰ? clear है sir यस सर ਬਸ ਇੰਨੀ ਚੀਜ਼ ਆਪਾਂ ਨੂੰ ਪਹਿਲਾਂ ਕਲੀਅਰ ਚਾਹੀਦੀ। ਹੁਣ ਆਪਣੇ ਨਿਊਮੈਰੀਕਲ ਚ ਚੱਲਿਆ ਵਾਪਸ। ਜੇ ਹੁਣ ਆਪਾਂ ਇਸ ਮੂਵਮੈਂਟ ਦੇ ਮੈਨੂੰ ਉਹਨੇ ਕੁਐਸਚਨ ਚ ਕਿਹਾ ਕਿ ਵੀ ਜਦੋਂ ਪਾਰਟੀਕਲ ਨੂੰ ਮੂਵ ਕਰਦੇ ਹੋਏ ਠੀਕ ਹੈ ਇਲੈਕਟ੍ਰਿਕ ਫੀਲਡ ਦੇ ਅੰਦਰ 10 ਸੈਕਿੰਡ ਹੋ ਗਏ, ਅਸੀਂ ਮੰਨਿਆ 10 ਸੈਕਿੰਡ ਬਾਅਦ ਪਾਰਟੀਕਲ ਇੱਥੇ ਕਿਸੇ ਪੁਆਇੰਟ ਤੇ ਹੈ ਤੇ ਜਦੋਂ ਆ ਕਿਸੇ ਪੁਆਇੰਟ ਤੇ ਪਾਰਟੀਕਲ ਆ ਉਹਦੀ ਵੈਲੋਸਿਟੀ ਕੱਢੋ 10 ਸੈਕਿੰਡ ਬਾਅਦ ਕਿੰਨੀ ਤੇ ਉਹਦੀ ਡਿਸਪਲੇਸਮੈਂਟ ਕੱਢੋ। ਹੁਣ ਇਹਦੀ ਡਿਸਪਲੇਸਮੈਂਟ ਤੇ ਵੈਲੋਸਿਟੀ ਦੋਨੋਂ ਚੀਜ਼ਾਂ ਕੈਲਕੂਲੇਟ ਕਰਨ ਲਈ ਮੇਰੇ ਕੋਲ ਹੈਗਾ ਕੀ ਆ ਇੱਕ ਵਰਡ। ਜੇ ਆਪਾਂ ਡਿਸਪਲੇਸਮੈਂਟ ਕੱਢਣੀ ਆ ਹਨਾ r ਵੈਕਟਰ ਕੱਢਣਾ वही सेम वर्ड पे लिख रहे हैं। we know that r vector equal to root x square plus y square and v vector equal to ਜੇ v ਦਾ ਮੈਗਨੀਟਿਊਡ ਲਿਖਾਂ ਤੇ vx square plus vy square। ਹੁਣ ਬੱਚੇ ਆ ਚਾਰ ਵੇਰੀਏਬਲ ਮੈਨੂੰ ਪਹਿਲਾਂ ਲੱਭਣੇ ਪੈਣੇ। ਇਹਨਾਂ ਚਾਰ ਵੇਰੀਏਬਲ ਨੂੰ ਕੈਲਕੂਲੇਟ ਕਰਨ ਲਈ ਇੱਕ ਵਾਰੀ s equal to ut plus half at square ਦੀ ਇਕੁਏਸ਼ਨ x ਐਕਸਿਸ ਤੇ ਲਾਵੋ ਉਹਨਾਂ x ਨਿਕਲੇਗਾ। एक बार इक्वेशन y एक्सिस पे लाओ y निकलेगा मुड़ के v इक्वल टू u प्लस at ठीक है जी x एक्सिस पे लाओ फिर y एक्सिस पे लाओ vx ਤੇ vy आऊगा फिर जाके r ਤੇ v निकलने। कितनी गल समझ लगदी भाई? yes sir yes sir ਹੁਣ ਇਸੇ ਪਹਿਲੇ ਪਾਰਟ ਨੂੰ ਸੋਲਵ ਕਰਨ ਵਾਸਤੇ ਆਪਾਂ ਇਕੁਏਸ਼ਨ ਲਗਾ ਰਹੇ we know that x minus x naught equal to uxt प्लस हाफ ax into t square। एक बारी समझ लियो नोट बाद चो कर लियो। जे आ इक्वेशन ਦੇ ਅਕੋਰਡਿੰਗ ਨਹੀਂ ਚੱਲਣਾ ਠੀਕ ਹੈ ਜੀ ਇਹਦੇ ਵਿੱਚ x naught ਮੇਰੇ ਕੋਲ ਜਿਹੜਾ ਵਾ ਇਹ origin ਦਾ ਕੋਆਰਡੀਨੇਟ ਆ ਤੇ origin ਦੇ ਕੋਆਰਡੀਨੇਟ 0 0 ਹੁੰਦੇ ਆ ਠੀਕ ਹੈ। ਦੂਜੇ ਪਾਸੇ ਚਲੋ ux ਦੀ ਵੈਲਿਊ ਇਨੀਸ਼ੀਅਲ ਵੈਲੋਸਿਟੀ ਜਿੰਨੀ ਵੀ ਇਸ ਪਾਰਟੀਕਲ ਕੋ ਸੀਗੀ ਸਾਰੇ ਦੀ ਸਾਰੀ x ਐਕਸਿਸ ਦੇ ਉੱਤੇ ਸੀਗੀ। ਇਹਦਾ ਮਤਲਬ ਜੇ ਮੈਂ ਇੱਥੇ ਵੈਲੋਸਿਟੀ ਦੇ ਕੋਆਰਡੀਨੇਟ ਬਣਾ ਲਈ ਹੁਣ एक कोऑर्डिनेट ux बनूंगा एक कोऑर्डिनेट होगा uy की वैल्यू 0 आ और ux की वैल्यू मेरे को u आ गई। क्या क्लियर है दोनों कोऑर्डिनेट? yes sir सो ux की वैल्यू u आ गई जिसकी वैल्यू 1000 मीटर पर सेकंड आ। टाइम की वैल्यू क्वेश्चन में गिवन है 10 सेकंड ठीक है जी। एक्सेलरेशन अलोंग x एक्सिस कितनी होएगी? 0 बिल्कुल ठीक x एक्सिस ਦੇ ਅਲੋਂਗ ਐਕਸਲਰੇਸ਼ਨ 0 ਬੇਟਾ ਕਿਉਂ 0 ਪੁੱਤ ਜਦੋਂ ਬਾਡੀ ਆਪਾਂ ਇਥੋਂ ਛੱਡ ਦਿੱਤੀ ਜਿਹੜੀ ਫੋਰਸ ਲੱਗੀ ਆ ਜਿਹਦੇ ਕਰਕੇ ਐਕਸਲਰੇਸ਼ਨ ਆਣੀ ਉਹ y ਐਕਸਿਸ ਤੇ x ਐਕਸਿਸ ਦੇ ਉੱਤੇ ਪਾਰਟੀਕਲ ਤੇ ਕੋਈ ਫੋਰਸ ਨਹੀਂ ਲੱਗਦੀ ਪਈ ਤੇ ਜੇ x ਐਕਸਿਸ ਤੇ ਫੋਰਸ ਨਹੀਂ ਲੱਗ ਰਹੀ ਤੇ x ਐਕਸਿਸ ਦੇ ਅਲੋਂਗ ਐਕਸਲਰੇਸ਼ਨ ਵੀ 0 ਆ। ਗੱਲ ਸਮਝ ਆਈ? yes sir इसलिए अपने को ax की वैल्यू 0 आ सारे वेरिएबल जिथे पुट अप कर लवा ते x की वैल्यू अपने को आ गई आ टर्म 0 हो जानी x नॉट ux की थां पे 1000 आ गया t की थां पे मेरे को 10 आ गया अगली टर्म सारी 0 आ गई। ਇਹਦਾ मतलब ਜਿਹੜੀ x एक्सिस ਦੇ अलोंग मेरी डिस्प्लेसमेंट आ ठीक है जी कितना आ गया 10000 मीटर मेरे को ਜਿਹੜੀ x एक्सिस ਦੇ अलोंग डिस्प्लेसमेंट आ गई। क्या इतना क्लियर? yes sir और सेम इतना ही दूसरी इक्वेशन ਆਪਾਂ y ਤੇ ਲਗਾਉਂਦੇ ਹਾਂ। we know that y minus y naught equal to u by t plus half ay into t square ठीक है। y naught origin ਦਾ ਕੋਆਰਡੀਨੇਟ ਆ y naught origin ਦਾ ਕੋਆਰਡੀਨੇਟ ਆ u by initial velocity y ਤੇ ਸੀਗੀ ਜਿਹੜੀ ਕਿ 0 ਆ ठीक है। टाइम की वैल्यू 10 सेकंड आ और एक्सेलरेशन अलोंग y एक्सिस आ एक वेरिएबल समझण वाला जे फोर्स y एक्सिस ते लगी आ ते एक्सेलरेशन भी y एक्सिस ते होएगी। ਇਹਨੂੰ ਕੈਲਕੂਲੇਟ ਕਰਨ ਵਾਸਤੇ ਆਪਣੇ ਕੋਲ ਫਾਰਮੂਲਾ ਕਿਹੜਾ ਇੱਕ ਪਾਸੇ F ma ਹੁੰਦਾ ਤੇ ਇੱਕ ਪਾਸੇ F qer है ना। इतनी एक्सेलरेशन करके फोर्स बनी और इन्हें फोर्स देती है इलेक्ट्रिक फील्ड ने मतलब ma नु ते qe नु इक्वेट कर सकते हैं yes sir इसलिए ay की वैल्यू qe/m आ जाएगी
ठीक है जी। आ सारा कुछ इथे पुट अप कर लिए ते देयरफॉर y इक्वल टू y नॉट 0 ही आ, uy 0 आ, हाफ qe ओवर m इनटू t स्क्वायर। आ सारी चीज सॉल्व जदों कर लांगा ते मेरे को sh y दी वैल्यू आ जाओ। Yes, sir. ਹੁਣ y भी निकल आया, इधरों x भी आ गया, तो जे दोनों वैल्यूज ਆਪਾਂ ਜਿਹੜੀਆਂ ਇਸ ਇਕੁਏਸ਼ਨ ਨੰਬਰ 1 ਚ ਪੁੱਟ ਅਪ ਕਰ ਲਈਏ, x भी आ गया y भी आ गया, ਤੇ r ਜਿਹੜੀ ਡਿਸਪਲੇਸਮੈਂਟ ਆਫਟਰ 10 ਸੈਕਿੰਡ ਉਹ ਆ ਜੂਗੀ। Yes, sir. ਇਹ ਤੇ ਲਾਸਟ ਲਿਖ ਰਿਹਾ ਇਸ ਚੀਜ਼ ਨੂੰ, ਪੁੱਟ ਵੈਲਿਊਜ਼ ਆਫ x and y in equation 1, ठीक है, to find value of r। एक पार्ट कंप्लीट आ, जे ये समझ लग गया तो मेनू दसो, जे किसी स्टेप का डाउट है तो एक बार पहले पूछो। लग गया सर। क्या सारे क्लियर हो जाए? यस सर। यस सर। चलो अजे कंप्लीट कर लो, नोट करना बाद चो कर लियो एक बारी। जे अगेन कंटिन्यू करिए जी, हुन आपा फाइंड आउट करनी वेलोसिटी, ठीक है, ते जे इहदे अंदर वेलोसिटी कढनी आ, टाइम मेरे को गिवन आ, इनिशियल वेलोसिटी u मेरे को हैगी आ, u हैगा, t हैगा, a हैगा, v लगना, ते मतलब v इक्वल टू u प्लस a लग जाओ। Yes, sir. कहते हैं शुरू कर रहे हैं, we know that vx equal to ux plus ax into t। ux की वैल्यू साडी 1000 सीगी, ax की वैल्यू साडी 0 आ, therefore अपने को vx की वैल्यू जेडी आ वो 1000 मीटर पर सेकंड आ गई। क्या vx क्लियर है? Yes, sir. सिमिलरली vy कर लो, vy की वैल्यू uy प्लस ay into t, ठीक है, uy साडा 0 है वो सब्स्टिट्यूट कर लो, therefore vy की वैल्यू 0 प्लस qe by m into 10, यानी vy की वैल्यू qe by m into 10 आ गया। आ मेरे को vy बन गया, इथे मेरे को vx आ गया, दोनों की दोनों वैल्यूज vx ते vy जे इस इक्वेशन नंबर 2 च भर दिए फिर वेलोसिटी आफ्टर 10 सेकंड आ जाओ। Yes, sir. ये तो लास्ट लिख रहे हैं, पुट वैल्यूज ऑफ vx and vy इन इक्वेशन 2, ठीक है, तो ਤੁਹਾਡੇ ਕੋਲ ਜਿਹੜੇ sh फाइनल वेलोसिटी आ न्यूमेरिकल कंप्लीट आ। जे किसी सिंगल वर्ड का डाउट हैगा ते पहलो बोलो फिर नोट कर लो। चलो पीछे हाँ जी बच्चे, 16th न्यूमेरिकल स्टेटमेंट हैगी आ 2 पॉइंट चार्ज प्लस 6q एंड माइनस 8q, ठीक है, दो चार्ज आ गए, प्लस 6q और दूसरा माइनस 8q, दे आर प्लेस्ड एट द वर्टिसेस b and c of an equilateral triangle ABC of side A। सब तो पहले देखिए equilateral triangle बना लिए, बाकी तो फिर शुरू कर दें। अपने को जो गिवन है ट्रायंगल आ गई ABC, SHO ने अपने को जो गिवन है B के ऊपर चार्ज अपने को दे देता जी प्लस 6q और इथे आ गया माइनस 8q, ठीक है, इक्विलेटरल ट्रायंगल की साइड्स जेडियां वो A आ गईयां। क्लियर है ना? यस सर। Yes, sir. उन्हें क्या जी obtain the expression for magnitude and direction of resultant electric field at the vertex A due to these charges। दो चीजां कट दियो, A पॉइंट पे तुसी इलेक्ट्रिक फील्ड लिखता कढना वा ते दूसरा A पॉइंट पे इलेक्ट्रिक फील्ड जेड़ा रिजल्टेंट आएगा ओदी डायरेक्शन कढनी है, ठीक है। हुन करना की है लई सौखा वा बेटा, थोड़ा स्पीड ना कर जाएंगे। जेड़े पॉइंट पे इलेक्ट्रिक फील्ड कढी दा वा ओथे की पिया हुंदा Test charge. अपने क्वेश्चन च टेस्ट चार्ज की कोई वैल्यू नहीं दी, मतलब प्लस कूलम, ते इस पॉजिटिव ने इस पॉजिटिव नो रिपेल करना। Yes, sir. ਇਹਦਾ मतलब एक इलेक्ट्रिक फील्ड जेड़ा मेरे को ला वो इधर नु आउटवर्ड लगना शुरू हो जू। Yes, sir. चार्ज नेगेटिव ने इनु अट्रैक्ट करना, इस मतलब एक इलेक्ट्रिक फील्ड मेरे को इस डायरेक्शन च आ जू जिदा नाम EB रख दियो, ठीक है, एक EC सॉरी एक EB आ गया और इधरों मेरे को EC आ गया। इस
पॉइंट ए दे उत्ते दो इलेक्ट्रिक फील्ड आ गए, दोनों वेक्टर किदा जुड़े एक दूजे नाल रिजल्टेंट पैरेललोग्राम दे डायगोनल ना देगी दा Yes, sir. Yes, sir. करेंगे इथे एसएच लेके चला ते इथे एक पैरेललोग्राम कंप्लीट कर दियो, ठीक है जी। ते पैरेललोग्राम दा जेड़ा डायगोनल होएगा वो एदा रिजल्टेंट इलेक्ट्रिक फील्ड बन जू ते पैरेललोग्राम दा फार्मूला ला दियो। ਹੁਣ ਉਹਦੇ ਲਈ ਜਦੋਂ ਫਾਰਮੂਲਾ ਲਾਣਾ we know that E equal to ਇਹਦੇ ਵੈਲਿਊ ਪੁੱਟ ਆਊਟ ਕਰਾ EB ਸਕੁਅਰ ਸਿਰਫ ਇੱਕ ਮਿੰਟ ਲਈ ਆ ਸਟੈਪ ਸਮਝ ਲਿਓ ਮੁੜ ਕੇ ਨੋਟ ਕਰ ਲਿਓ EB ਸਕੁਅਰ plus EC ਸਕੁਅਰ plus 2EB EC into cos of ਜੇ ਐਂਗਲ ਨੂੰ ਪੁੱਟ ਆਊਟ ਕਰਾ ਐਂਗਲ ਕਿਹੜੀ ਸੀ ਆਪਣੀ Equilateral. इक्विलैटरल यानी आ एंगल मेरे 60 degree. ਇਹਦਾ ਮਤਲਬ ਹੈ ਬਾਹਰ ਜਿਹੜਾ ਐਂਗਲ ਇਹਨਾਂ ਦੋ ਚ ਆਇਆ ਉਹ 120 ਆਜੂ Yes, sir. Yes, sir. into cos of 120 degree ਹੁਣ EB ਤੇ EC ਜੇ ਮੈਂ ਦੋਨੋਂ ਦੇਖਾਂ ਤਾਂ ਦੋਨਾਂ ਦੇ ਇਲੈਕਟ੍ਰਿਕ ਫੀਲਡ ਸੇਮ ਨਹੀਂ ਆ ਰਹੇ ਕਿਉਂਕਿ ਚਾਰਜ ਡਿਫਰੈਂਟ ਹੈ ਇਸ ਲਈ ਵੱਖਰੀਆਂ ਵੈਲਿਊਜ਼ ਲਿਖ ਲਈਏ ਆਪਾਂ ਇੱਥੇ ਡਿਫਾਈਨ ਕਰੀਏ अपने को EB ਦੀ ਵੈਲਿਊ ਆ ਜਾਏਗੀ K क्योंकि जनरल फार्मूला इलेक्ट्रिक फील्ड देगा K/r²। अपना आ गया K * Q Q ਦੀ वैल्यू कितनी आ गई मेरे को 6Q ओवर r² डिस्टेंस बिटवीन A एंड B वो A ਦੇ बराबर आ यानी आ मेरे को EB ਦੀ वैल्यू आ जाऊ ए नहीं EC ਦੀ वैल्यू मेरे को K * 8Q ओवर A²। EB EC आ गए एंगल cos 120 आ वो पुट अप कर लो कैलकुलेशन कर दियो तो मेरे को रिजल्टेंट इलेक्ट्रिक फील्ड आ जाए क्या इतना हो जाएगा Yes, Yes, sir. Yes. दूसरी चीज हजे समझिए ध्यान ना बेटा एक पार्ट पेंडिंग है जो कैलकुलेट कीता ये रिजल्टेंट इलेक्ट्रिक फील्ड दा मैग्नीट्यूड आया दूसरा ने डायरेक्शन भी पूछी है हुन दिमाग चलाइयो जो गल दसन लगियां दो वेक्टर दिते आ दो वेक्टर दिते A वेक्टर ते B वेक्टर और इना दे विच एंगल थीटा गिवन आ ठीक है मैंने नहीं कहा जी रिजल्टेंट कढो एदा R वेक्टर दी वैल्यू कितनी ते पुत R वास्ते फार्मूला ला लीदा √a² plus b² plus 2ab cos थीटा आ लाइदा जी Yes, sir. डायरेक्शन ਕੱਢਣੀ ਹੋਵੇ ਰਿਜ਼ਲਟੈਂਟ ਦੀ ਤਾਂ ਅਸੀਂ ਕਿਹਾ ਕਿ A ਵੈਕਟਰ ਦੇ ਨਾਲ ਰਿਜ਼ਲਟੈਂਟ ਵੈਕਟਰ ਜਿਹੜਾ ਵਾ ਉਹ ਬੀਟਾ ਐਂਗਲ ਬਣਾਉਂਦਾ ਤੇ ਡਾਇਰੈਕਸ਼ਨ ਦੱਸਣ ਵਾਸਤੇ ਫਾਰਮੂਲਾ ਲਾਈਦਾ tan ਬੀਟਾ ਸਮਝਿਓ ਧਿਆਨ ਨਾਲ ਜੋ ਦੱਸਾਂਗਾ tan ਬੀਟਾ ਦਾ ਫਾਰਮੂਲਾ ਹੁੰਦਾ b sin ਥੀਟਾ ਓਵਰ a plus b cos ਥੀਟਾ ठीक है ਇਹਦੇ ਵਿੱਚੋਂ ਹਮੇਸ਼ਾ ਇਹ ਦਿਮਾਗ 'ਚ ਰੱਖਿਓ ਰਿਜ਼ਲਟੈਂਟ A ਤੇ B ਦੇ ਵਿੱਚੋਂ ਜਿੰਨਾ ਐਂਗਲ ਬੀਟਾ ਬਣਾਏਗਾ ਉਹ ਇਸ ਫਾਰਮੂਲੇ ਦੇ ਵਿੱਚ A ਬਣਦਾ ਮੈਂ ਗੱਲ ਕਿਉਂ ਬੋਲਦਾ ਪਿਆ ਇੱਥੇ ਜਿਹੜਾ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਆਇਆ ਇਹਦਾ ਐਂਗਲ ਤੁਸੀਂ ਬੀਟਾ ਜਿਹੜਾ ਵਾ ਉਹ EB ਨਾਲ ਗਿਣਨ ਲੱਗੇ ਕਿ EC ਦੇ ਨਾਲ ਜਿਹਦੇ ਨਾਲ ਤੁਸੀਂ ਬੀਟਾ ਐਂਗਲ ਮੰਨੋਗੇ ਜਿਵੇਂ ਆ ਕਹਾਂ ਕਿ ਇਸ ਥਾਂ ਤੇ ਮੇਰੇ ਕੋਲ ਬੀਟਾ ਐਂਗਲ ਬਣਿਆ मतलब EB वेक्टर ने E वेक्टर ना बीटा एंगल बनाया ते आ EB जेड़ा होएगा वो इस फार्मूले दे विच A बनेगा जेड़ा EC होएगा वो इस फार्मूले च B बनेगा क्या आ गल समझ आई Yes, sir. Yes, sir. इसलिए जो Yes, sir. डायरेक्शन कटनी इथे एक लाइन दे देंगे लेट बीटा बी द एंगल उते जिथे पुराने कोई चीज की लोड पै रही है वो मैं नाल नाल लिख रहा इन्हां चीजां नूं दिमाग च रखियो क्योंकि बार-बार रिकॉल नहीं करा होणीआं लेट बीटा बी द एंगल which E vector makes with EB ਦੇ ਨਾਲ E vector ने बीटा एंगल बनाया therefore tan बीटा ਜਦੋਂ ਕੱਢਣਾ ਵਾ tan बीटा ਜਦੋਂ ਕੱਢਣਾ B sin थीटा B मेरे को EC ਨੂੰ ਕਹਿੰਦੇ ਪਏ ਆਪਾਂ ਯਾਨੀ ਇੱਥੇ ਆ ਜਾਏਗਾ EC sin 120 डिग्री ठीक है थीटा ਜਿਹੜਾ ਵਾ ਉਹ ਐਂਗਲ ਬਿਟਵੀਨ A ਐਂਡ B ਆ ਤਾਂ ਸਾਡਾ ਐਂਗਲ ਜਿਹੜਾ A ਤੇ B ਦੇ ਵਿੱਚ ਆ ਉਹ 120 ਡਿਗਰੀ ਆ EC sin 120 over EB plus EC cos 120 डिग्री क्या इतनी चीज क्लियर है जी Yes, sir.
मैं एक चीज छੱਡ के चलदा पिया इन्हां थावां ते तुसीं वैल्यूज भरनियां वा ठीक है ना वो मैग्नीट्यूड की सॉल्व करना वो ਤੁਹਾਡਾ काम होएगा बेटा क्या इतना समय लग रहा यस सर Yes, sir. जल्दी करोगे कंप्लीट ठीक है 17 की स्टेटमेंट है बेटा two identical point charge q coulomb each they are kept 2 meter in air ठीक है आईडी दे खत्म होने तो बाद सेम आईडी ते दोबारा सारे ने फेक लिंक करके ज्वाइन करना वा ठीक है जी कोई स्किप नहीं करेगा two identical point charges ठीक है q coulomb each they are kept 2 meter apart in air दो चार्ज इक्वल वैल्यू दे 2 मीटर दे गैप ते पए ठीक है a third point charge capital Q of unknown magnitude and sign is placed on the line joining the charges such that the system remain in equilibrium कल वाला क्वेश्चन उतना रलदा क्वेश्चन ठीक है जी find the position and nature of Q थोड़ा जिहा हिंट देके छड़ दांगा उन्हें अपने क्वेश्चन जा किया कि अपने को दो चार्ज आ A पॉइंट पे भी Q कूलम पिया B पॉइंट पे भी Q कूलम पिया ठीक है इस लाइन ज्वाइनिंग दे उत्ते किसे पॉइंट दे उत्ते ਇਹਦਾ ਗੈਪ केवल अपने को 2 मीटर टोटल गैप 2 मीटर है उस लाइन ਦੇ ਉੱਤੇ ਕਿੱਥੇ ਮੈਂ ਇੱਕ ਥਰਡ ਚਾਰਜ ਰੱਖਾਂ ਕਿ ਵੀ ਮੇਰਾ ਸਿਸਟਮ ਜਿਹੜਾ ਵਾ 3 ਚਾਰਜ ਦਾ ਉਹ ਇਕੁਇਲਿਬ੍ਰੀਅਮ ਚ ਹੋਵੇ ਮਿਡ ਪੁਆਇੰਟ ਤੇ ਜੇ ਦੋਨੋਂ touch. ਜੇ ਦੋਨੋਂ ਚਾਰਜ ਦੇਖਾਂ ਦੋਨੋਂ ਚਾਰਜ ਸੇਮ ਸਟਰੈਂਥ ਦੇ ਆ ਤੇ ਇਹਦਾ ਮਤਲਬ ਜਦੋਂ ਇਕੁਅਲ ਸਟਰੈਂਥ ਦੇ ਚਾਰਜ ਆ ਤੇ ਨਿਊਟਰਲ ਪੁਆਇੰਟ ਹਮੇਸ਼ਾ ਐਗਜ਼ੈਕਟਲੀ ਮਿਡਵੇ ਆਏਗਾ Yes, Yes. sir. ਉਹ ਇੱਕ ਤੇ ਮੈਨੂੰ ਨੇ ਇਹ ਪੁੱਛਿਆ ਦੂਜਾ ਉਹਨੇ ਇਹ ਕਿਹਾ ਵਾ ਕਿ ਵੀ ਸਿਸਟਮ ਇਕੁਇਲਿਬ੍ਰੀਅਮ ਚ ਹੋਵੇ ਤੇ ਪੁੱਤ ਆ ਚੀਜ਼ ਇਦਾਂ ਦੱਸੀ ਸੀ ਕਿ ਜੇ ਆ ਸੀ ਪੁਆਇੰਟ ਉਹ ਮੇਰੇ ਕੋਲ ਨਿਊਟਰਲ ਪੁਆਇੰਟ ਹੈ ਜਿੱਥੇ ਮੈਂ ਕਿਊ ਕੂਲਮ ਚਾਰਜ ਰੱਖਿਆ ਹਨਾ ਹੁਣ ਇੱਥੋਂ ਇਹਦਾ ਡਿਸਟੈਂਸ ਲਾਵਾਂ ਤੇ 1 ਮੀਟਰ ਹੋ ਗਿਆ ਇਹਦੇ ਇਧਰੋਂ ਇਹਦਾ ਡਿਸਟੈਂਸ ਲਾਵਾਂ ਤੇ 1 ਮੀਟਰ ਆ ਜਿਹੜਾ ਚਾਰਜ ਮੈਂ ਇਸ ਪੁਆਇੰਟ ਦੇ ਉੱਤੇ ਰੱਖਦਾ ਪਿਆ ਆ ਜਿਹੜਾ ਚਾਰਜ ਇਸ ਪੁਆਇੰਟ ਦੇ ਉੱਤੇ ਰੱਖਦਾ ਪਿਆ ਜੇ ਇਹਨੂੰ ਮੈਂ ਪੋਜ਼ਿਟਿਵ ਨੇਚਰ ਦਾ ਮੰਨਾਂ ਜਿੰਨਾ ਇਸ ਚਾਰਜ ਨੇ ਉਹਨੂੰ ਰਿਪੈਲ ਕਰਨਾ ਐਗਜ਼ੈਕਟਲੀ ਉਨਾ ਹੀ ਇਹਨੇ ਵੀ ਰਿਪੈਲ ਕਰਨਾ ਇਸ ਲਈ ਇਹ ਤਾਂ ਇਕੁਇਲਿਬ੍ਰੀਅਮ 'ਚ ਹੈਗਾ ਵਾ ਉਹਨੇ ਕਿਹਾ ਸਿਸਟਮ ਇਕੁਇਲਿਬ੍ਰੀਅਮ 'ਚ ਹੋਵੇ ਜਦੋਂ ਸਿਸਟਮ ਇਕੁਇਲਿਬ੍ਰੀਅਮ 'ਚ ਹੁੰਦਾ ਤੇ ਕੱਲ ਇੱਕ ਗੱਲ ਕਹੀ ਸੀਗੀ ਤੁਸੀਂ ਇਹਨੂੰ ਛੱਡ ਕੇ ਆ ਜਿਹੜੇ ਬਾਕੀ ਦੇ ਦੋ ਚਾਰਜ ਆ ਇਹਨਾਂ ਵਿੱਚੋਂ ਕਿਸੇ ਇੱਕ ਚਾਰਜ ਦੇ ਉੱਤੇ ਟੋਟਲ ਫੋਰਸ ਨੂੰ ਜ਼ੀਰੋ ਨਾਲ ਇਕੁਏਟ ਕਰ ਦਿਓ ਇਹਦਾ ਮਤਲਬ ਜੇ A ਚਾਰਜ ਵੀ ਇਕੁਇਲਿਬ੍ਰੀਅਮ ਚ ਆ ਤੇ A ਚਾਰਜ ਤੇ ਟੋਟਲ ਫੋਰਸ ਜਿਹੜੀ ਆ ਬਾਕੀ ਦੇ ਦੋ ਚਾਰजेस ਦੀ ਉਹ ਜ਼ੀਰੋ ਆ ਤੇ A ਚਾਰਜ ਤੇ ਫੋਰਸ ਲਾਣੀ ਕਿਨੇ ਕਿਨੇ ਆ बी ਤੇ ਸੀ B and C ने. ਆਵਾਜ਼ ਨਹੀਂ ਆਈ B and C ने. B and C. ਪਰ C ਨੇ ਇਹਦਾ ਮਤਲਬ B ਦੀ ਫੋਰਸ ਵੀ A ਤੇ ਕੱਢੋ C ਦੀ ਫੋਰਸ ਵੀ A ਤੇ ਕੱਢੋ ਸਮ ਟੋਟਲ ਕਰਕੇ ਜ਼ੀਰੋ ਨਾਲ ਇਕੁਏਟ ਕਰ ਦਿਓ ਇਹਦਾ ਮਤਲਬ ਜੇ ਆਪਾਂ ਆ ਚੀਜ਼ ਲਿਖਦੇ ਪਏ for system to be in equilibrium for system to be in equilibrium therefore FA should be equal to 0 मतलब FA ਜਿਹੜੀ ਫੋਰਸ ਆਣੀ A ਦੇ ਉੱਤੇ ਉਹ 0 ਆ which implies FB plus FC ਜਿਹੜੀ A ਤੇ ਫੋਰਸ ਲੱਗੀਆਂ ਦੋ ਲੱਗੀਆਂ ਇੱਕ B ਨੇ ਫੋਰਸ ਲਾਈ ਇੱਕ C ਨੇ ਲਾਈ ਹਨਾ ਇਹਦੀ ਸਮ ਨੂੰ ਆਪਾਂ 0 ਨਾਲ ਇਕੁਏਟ ਕਰ ਦਿੰਦੇ ਕਲੀਅਰ ਆ यस ਇੱਕ ਜੇ ਹੁਣ ਮੈਂ ਫੋਰਸ ਕੱਢਾਂ ਜੇ B ਚਾਰਜ ਦੀ ਫੋਰਸ ਆਪਾਂ ਇਸ A ਚਾਰਜ ਤੇ ਕੱਢਣੀ ਆ ਫਾਰਮੂਲਾ ਹੋ ਗਿਆ K Q1 Q2 over R square यानी अपनी वैल्यू बन गई K Q square over 2 square plus दूसरे चार्ज की फोर्स C वाले की करनी वो आ जाएगी K into Q1 into Q2 over R square यानी K into Q ठीक है जी over 1 square equal to 0 जे आ इक्वेशन सॉल्व कर दियो ते ਆਪਾਂ Q ਦੀ ਵਿੱਚੋਂ ਵੈल्यू ਕੱਢਣੀ ਹੈ ਇਹਦਾ ਮਤਲਬ ਜੇ ਮੈਂ ਸੋਲਵ ਕਰਾਂ ਤੇ ਮੇਰੇ ਕੋਲ ਇਹਦੇ ਵਿੱਚ ਕੀ ਆ ਗਿਆ KQ ਕਾਮਨ ਨਿਕਲ ਆਏਗਾ अंदर अपने को की रह गया जी 4 plus Q equal to 0 ठीक है KQ उस साइड पे जाके 0 by something 0 ही हो जाना
ਇਹਦਾ ਮਤਲਬ ਆਪਣੇ ਕੋਲ ਕੰਡੀਸ਼ਨ ਬਣ ਗਈ q/4 + q = 0 ਆਪਾਂ ਕੱਢ ਦੇਣਾ ਇਸ q ਦੀ ਵੈਲਿਊ देयरफॉर ਮੇਰੇ ਕੋਲ q ਦੀ ਵੈਲਿਊ -q/4 ਆ ਗਈ ਇਹਦਾ ਮਤਲਬ ਦੋ ਚੀਜ਼ਾਂ ਮਿਲ ਗਈਆਂ ਕਿ ਜਿਹੜਾ ਚਾਰਜ ਇੱਥੇ ਰੱਖਾਂਗਾ ਉਹ 네ਗੇਟਿਵ ਚਾਰਜ ਆ ਤੇ ਉਹਦੀ ਸਟਰੈਂਥ 1/4 ਆਫ q ਆਏਗੀ ਕੀ ਕਲੀਅਰ ਹੈ ਜੀ यस सर क्या किसी में कोई स्टेप डाउटफुल हैगा चलो नेक्स्ट न्यूमेरिकल अपने को स्टेटमेंट आ जाएगी 18 टू चार्जेस +20 माइक्रोकूलम एंड -20 माइक्रोकूलम बिल्कुल सौखा जिहा क्वेश्चन +20 ਤੇ -20 ਇਹ ਆਪਣੇ ਆਪ ਚ ਇੱਕ ਡਾਈਪੋਲ ਬਣ ਗਿਆ ਡਾਈਪੋਲ ਕਿਹਨੂੰ ਕਿਹਾ ਸੀਗਾ ਸਿਸਟਮ which consists of two equal and opposite charge एक +20 है तो एक -20 है ये मतलब डाइपोल है ठीक है ਉਹਨੇ ਕਿਹਾ ਜੀ they are held 1 cm apart ਉਹਦਾ ਗੈਪ 1 cm ਹੈ ਕੈਲਕੂਲੇਟ electric field at a point on the equatorial line at a distance 50 cm from center of the dipole सिर्फ और सिर्फ शॉर्ट डाइपोल ਦਾ ਜਿਹੜਾ ਕੇਸ ਇਕੁਆਟੋਰੀਅਲ ਲਾਈਨ ਵਾਲਾ ਉਹ ਫਾਰਮੂਲਾ ਆਂਦਾ ਹੋਣਾ ਚਾਹੀਦਾ ਇਸ ਨਿਊਮੈਰੀਕਲ ਚ ਕੁਝ ਨਹੀਂ ਹੈਗਾ ਉਹਨੇ ਮੈਨੂੰ ਆ ਕਿਹਾ ਵਾ ਇੱਕ ਡਾਈਪੋਲ ਗਿਵਨ ਆ ठीक है जी ਜਿਹਦੇ ਚਾਰजेस ਮੇਰੇ ਕੋਲ ਗਿਵਨ ਆ a और b ਦੇ ਉੱਤੇ +20 ਮਾਈਕਰੋਕੂਲਮ और -20 ਮਾਈਕਰੋਕੂਲਮ ਜਿਹੜੀ ਚਾਰਜ ਦੇ ਵਿਚਲੀ ਸੈਪਰੇਸ਼ਨ ਆ ਜਿਹਨੂੰ ਅਸੀਂ 2a ਲਿਖੀਦਾ ਉਹਦੀ ਵੈਲਿਊ 1 ਸੈਂਟੀਮੀਟਰ ਕਹੀ ਉਹਨੇ और डाइपोल ਦੀ ਇਕੁਆਟੋਰੀਅਲ ਲਾਈਨ ਯਾਨੀ ਆ ਡਿਸਟੈਂਸ r ਇਹਦੀ ਵੈਲਿਊ 50 ਸੈਂਟੀਮੀਟਰ ਆ ਤੇ ਪੁੱਤ ਇੱਥੇ ਇੱਕ ਚੀਜ਼ ਸੋਚਣ ਵਾਲੀ ਸਿਰਫ ਇਹ ਆ ਕਿ ਇਹ ਨਾਰਮਲ ਡਾਈਪੋਲ ਆ ਕਿ ਸ਼ਾਰਟ ਆ ਜੇ 2a ਦੀ ਲੈਂਥ 1 ਸੈਂਟੀਮੀਟਰ ਆ ਤੇ a ਮੇਰਾ ਹਾਫ ਸੈਂਟੀਮੀਟਰ ਰਹਿ ਗਿਆ यस सर Yes, sir. ਜੇ a ਦੀ ਵੈਲਿਊ 0.5 ਸੈਂਟੀਮੀਟਰ ਹੋਈ ਇਹਦੇ ਕੰਪੈਰੀਟਿਵਲੀ ਜਿੱਥੇ ਪੁਆਇੰਟ ਆਫ ਆਬਜ਼ਰਵੇਸ਼ਨ ਆ ਉਹ 50 ਸੈਂਟੀਮੀਟਰ ਦੂਰ ਆ ਇਹਦਾ ਮਤਲਬ 50 ਸੈਂਟੀਮੀਟਰ ਇਜ਼ ਕੁਆਇਟ ਲਾਰਜਰ ਐਜ਼ ਕੰਪੇਅਰਡ ਟੂ ਦੈਟ ਆਫ 0.5 ਸੈਂਟੀਮੀਟਰ यस सर ਤੇ ਫਿਰ ਜੇ ਮੇਰੇ ਕੋਲ ਐਸਐਚ ਆਰ ਲਾਰਜਰ ਹੋਵੇ a ਦੇ ਨਾਲੋਂ ਤਾਂ ਅਸੀਂ ਕਹਿੰਦੇ ਜੀ ਸ਼ਾਰਟ ਡਾਈਪੋਲ ਤੇ ਇਕੁਆਟੋਰੀਅਲ ਲਾਈਨ ਦੇ ਕੇਸ ਦੇ ਅੰਦਰ ਸ਼ਾਰਟ ਡਾਈਪੋਲ ਦਾ ਜਿਹੜਾ ਫਾਰਮੂਲਾ ਸਿੰਪਲੀ ਉਸ ਫਾਰਮੂਲੇ ਚ ਅਸੀਂ ਵੈਲਿਊ ਭਰਨੀ ਹੈ ਇੰਨੀ ਗੱਲ ਸਮਝ ਲੱਗੀ यस सर Yes, sir. ਚਲੋ Yes. ਹਾਂ ਤੇ ਆ ਲਾਈਨ ਇਦਾਂ ਲਿਖ ਦਿੰਨੀ ਆਪਾਂ as r is very much greater than a therefore dipole is short dipole dipole is short dipole ठीक है therefore electric field intensity ਦਾ ਫਾਰਮੂਲਾ ਜੇ ਯਾਦ ਹੋਵੇ ਤੇ ਬੋਲੋ ਮੈਂ ਤਾਂ ਮੈਂ ਲਿਖਾਂ short dipole कोई याद आ KP upon R cube. बिल्कुल जे एक्सियल लाइन होगा ते एक्सियल ते k p by r cube आ जे इक्वेटोरियल है तो फार्मूला है k p by r cube p कितना सिंबल से का Dipole moment. डाइपोल मोमेंट का फार्मूला किंदा q 2a ठीक है जी अपने को p की वैल्यू q अपने को 20 10 raised to power -6 q आ गया 2a ਦੀ ਵੈਲਿਊ ਮੇਰੇ ਕੋਲ ਜਿਹੜੀ 1 10 raised to power -2 ਆ ਸੋਲਵ ਕਰ ਦਵਾਂ ਤੇ ਮੇਰੇ ਕੋਲ p ਆ ਜਾਓ तो इलेक्ट्रिक फील्ड काट दो k ਦੀ ਵੈਲਿਊ ਕਿੰਨੀ ਹੁੰਦੀ ਜੀ 9 * 10 raised to power 9 ठीक है into p ਦੀ ਥਾਂ ਤੇ ਆ ਗਿਆ 20 into 10 raised to power -8 over r ਦੀ ਵੈਲਿਊ ਮੇਰੇ ਕੋਲ ਆ ਗਈ 50 into 10 raised to power -2 ਦਾ ਹੋਲ ਕਿਊਬ ਆ ਇਲੈਕਟ੍ਰਿਕ ਫੀਲਡ ਦੀ ਵੈਲਿਊ ਸ਼ਾਰਟ ਡਾਈਪੋਲ ਦੀ ਆ ਜੂ ਕੀ ਕਲੀਅਰ ਆ